ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 293 ਤੋਂ ਲੈ ਕੇ 295 ਤੱਕ ਸਵਾਇਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਅੱਜ ਇਹ ਸੁਖਮਨੀ ਸਾਹਿਬ ਦੀ 23ਵੀਂ ਅਸ਼ਟਪਦੀ ਹੈ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਜੀ ਵਾਹਿਗੁਰੂ। ਸ਼ਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਿੰਨਾ ਪਿਆਰਾ ਸ਼ਲੋਕ ਆ। ਸ਼ਲੋਕ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਨੇ ਗਿਆਨ ਅੰਜਨ, ਕਹਿੰਦੇ ਗਿਆਨ ਦਾ ਸੁਰਮਾ ਜਦੋਂ ਗੁਰੂ ਨੇ ਦੇ ਦਿੱਤਾ, ਫਿਰ ਕਹਿੰਦੇ ਅਗਿਆਨਤਾ ਦਾ ਜਿਹੜਾ ਹਨੇਰਾ ਸੀ ਸਾਰਾ ਉਹ ਖਤਮ ਹੋ ਗਿਆ ਜੀਵ ਦੇ ਅੰਦਰੋਂ। ਕਹਿੰਦੇ ਪਰਮਾਤਮਾ ਹਰ ਕਿਰਪਾ ਤੇ, ਪਹਿਲਾਂ ਪਰਮਾਤਮਾ ਦੀ ਕਿਰਪਾ ਦੇ ਨਾਲ ਸੰਤ ਮਿਲਿਆ ਤੇ ਸੰਤ ਨੇ ਫਿਰ ਦਿੱਤਾ ਸੁਰਮਾ ਗਿਆਨ ਰੂਪੀ। ਤੇ ਫਿਰ ਨਾਨਕ ਜੀ ਕਹਿੰਦੇ ਨੇ ਇਸ ਤਰ੍ਹਾਂ ਜੀਵ ਦੇ ਅੰਦਰ ਮਨ ਦੇ ਵਿੱਚ ਆਤਮਿਕ ਚਾਨਣ ਹੋ ਗਿਆ। ਆਤਮਿਕ ਚਾਨਣ ਜਦੋਂ ਪਰਮਾਤਮਾ ਨਾਲ ਨੇੜਤਾ ਹੋ ਜਾਂਦੀ ਹੈ ਜੀਵ ਦੀ। ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਕਹਿੰਦੇ ਜਦੋਂ ਸੰਤ ਦੀ ਸੰਗਤ ਦੇ ਵਿੱਚ ਆਪਣੇ ਅੰਦਰ ਵਸਦਾ ਪਰਮਾਤਮਾ ਨਜ਼ਰ ਆ ਗਿਆ, ਫਿਰ ਕਹਿੰਦੇ ਉਹਦਾ ਨਾਮ ਮਿੱਠਾ ਲੱਗਣ ਲੱਗ ਗਿਆ ਪਰਮਾਤਮਾ ਦਾ। ਸਗਲ ਸਮਗਰੀ ਏਕਸ ਘਟ ਮਾਹੇ, ਅਨੇਕ ਰੰਗ ਨਾਨਾ ਦ੍ਰਿਸ਼ਟਾਹੇ। ਕਹਿੰਦੇ ਜੋ ਇਹ ਸਾਰਾ ਸੰਸਾਰ ਆ, ਸਾਰੀ ਸਮਗਰੀ ਆ, ਸਾਰੀ ਇਹ ਉਸ ਪਰਮਾਤਮਾ ਵਿੱਚ ਸਮਾਈ ਹੋਈ ਆ। ਫਿਰ ਪਰਮਾਤਮਾ ਅਨੇਕ ਤਰ੍ਹਾਂ ਦੇ ਰੰਗ ਕਰਕੇ ਸਾਨੂੰ ਇਹ ਦਿਖਾ ਰਿਹਾ। ਇਹ ਸਾਰੇ ਉਹਦੇ ਰੂਪ ਨੇ ਜਿਹੜੇ ਅਸੀਂ ਅਲੱਗ-ਅਲੱਗ ਰੰਗਾਂ 'ਚ ਕਿਸਮਾਂ 'ਚ ਦੇਖ ਰਹੇ ਹਾਂ, ਸਾਨੂੰ ਉਹ ਦਿਖਾ ਰਿਹਾ ਅਲੱਗ-ਅਲੱਗ ਰੰਗਾਂ 'ਚ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹਿ ਇਸ ਕਾ ਬਿਸਰਾਮ। ਕਹਿੰਦੇ ਜੋ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ ਅੰਮ੍ਰਿਤ ਵਰਗਾ, ਕਹਿੰਦੇ ਇਹ ਜੋ ਸੰਸਾਰ ਦੀਆਂ 9 ਨਿਧੀਆਂ ਨੇ ਨਾ, ਉਹਨਾਂ ਦੇ ਬਰਾਬਰ ਜਾਣਿਆ ਜਾਂਦਾ। ਕਹਿੰਦੇ ਇਹਦਾ ਟਿਕਾਣਾ ਨਾਮ ਦਾ ਕਿੱਥੇ ਆ? ਜੀਵ ਦੇ ਸਰੀਰ ਦੇ ਅੰਦਰ। ਪਰ ਫਿਰ ਟਿਕਾਣਾ ਹੈ, ਪਰ ਉਹਦਾ ਨਾਮ ਜਪਿਆਂ ਫਿਰ ਇਹ ਲੱਭ ਜਾਂਦਾ ਕਿੱਥੇ ਪਰਮਾਤਮਾ ਬੈਠਾ ਹੈ। ਸੁਨ ਸਮਾਦ ਅਨਹਤ ਤਹਿ ਨਾਦ, ਕਹਿਨ ਨਾ ਜਾਈ ਅਚਰਜ ਬਿਸਮਾਦ। ਕਹਿੰਦੇ ਜਿੱਥੇ ਉਹ ਪਰਮਾਤਮਾ ਦਾ ਨਾਮ ਰੂਪੀ ਖਜ਼ਾਨਾ, ਉੱਥੇ ਜਦੋਂ ਕੋਈ ਪਹੁੰਚਦਾ ਫਿਰ ਉਹ ਸੁੰਨ ਸਮਾਦ 'ਚ ਹੋ ਜਾਂਦਾ। ਸੁੰਨ ਸਮਾਦ ਕਿਵੇਂ ਕਹੀਏ ਕਿ ਉਹ ਜੀਵ ਵਿਕਾਰਾਂ ਤੋਂ ਰਹਿਤ ਹੋ ਜਾਂਦਾ, ਉਹ ਵਿਚਾਰਾਂ ਤੋਂ ਰਹਿਤ ਹੋ ਜਾਂਦਾ। ਉਹਦੇ ਜਿੱਦਾਂ ਵਿਚਾਰ ਖਤਮ ਹੋ ਜਾਂਦੇ ਨੇ, ਜਿਸ ਤਰ੍ਹਾਂ ਇੱਕ ਜਿਹੜੀ ਉਹਦੇ ਅੰਦਰ ਦੇ ਮਨ ਦੀ ਸਥਿਤੀ ਹੁੰਦੀ ਆ ਨਾ, ਫਿਰ ਉਹਦੇ ਮਨ ਦੇ ਵਿੱਚ ਕੋਈ ਵਿਚਾਰ ਨਹੀਂ ਆਉਂਦੇ ਹੈਗੇ। ਉਹਦਾ ਮਨ ਇੱਕ ਜਿਸ ਤਰ੍ਹਾਂ ਕਹਿ ਦਈਏ ਵੀ ਨਿਊਟਰਲ ਅਵਸਥਾ 'ਚ ਹੋ ਜਾਂਦਾ, ਜਿੱਥੇ ਮਤਲਬ ਕੁਛ ਜਿੱਦਾਂ ਉਹਦੀ ਨਾ ਉਹਦੇ ਮਨ 'ਚ ਕੋਈ ਚੰਗੇ ਨਾ ਕੋਈ ਮਾੜੇ, ਨਾ ਕੋਈ ਦੁੱਖ ਨਾ ਕੋਈ ਸੁੱਖ, ਨਾ ਖੁਸ਼ੀ ਗਮੀ, ਕਿਸ ਤਰ੍ਹਾਂ ਦੀ ਵੀ ਉਹਦੇ ਅੰਦਰ ਉਸ ਦੀ ਵਿਚਾਰਾਂ ਨਹੀਂ ਰਹਿੰਦੀਆਂ। ਉਹ ਮਤਲਬ ਇੱਕ ਤਰ੍ਹਾਂ ਦੀ ਜਿੱਦਾਂ ਇੱਦਾਂ ਦੀ ਅਵਸਥਾ ਹੁੰਦੀ ਆ ਕਿ ਵੀ ਬਿਲਕੁਲ ਜਿੱਥੇ ਕੁਛ ਨਹੀਂ ਵਾਪਰ ਰਿਹਾ, ਮਤਲਬ ਉੱਥੇ ਬਸ ਪਰਮਾਤਮਾ 'ਚ ਹੀ ਇਨਸਾਨ ਦਾ ਜਿੱਦਾਂ
ਮਨ ਟਿਕਿਆ ਹੋਇਆ। ਹਿਰਦਾ ਬਸ ਇੱਦਾਂ ਹੀ ਆ ਕਿ ਵੀ ਉਹਨੂੰ ਪਰਮਾਤਮਾ ਹੀ ਸਭ ਪਾਸੇ ਦਿਸ ਰਿਹਾ ਹੁੰਦਾ, ਉਹਨੂੰ ਫਿਰ ਜਿੱਦਾਂ ਹੋਰ ਕੁਛ ਨਹੀਂ ਵਾਪਰ ਰਿਹਾ ਹੁੰਦਾ ਉਸ ਸਮੇਂ। ਉਸ ਤਰ੍ਹਾਂ ਦੀ ਇਹ ਸੁੰਨ ਸਮਾਧ ਦੀ ਅਵਸਥਾ, ਜਦੋਂ ਜੀਵ ਦਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੁੰਦਾ, ਉਸ ਦੀ ਅਵਸਥਾ ਦਾ ਜਦੋਂ ਆਨੰਦ ਮਾਣਦਾ। ਉਹ ਕਹਿੰਦੇ ਵੀ ਇਸ ਤਰ੍ਹਾਂ ਵੀ ਹੈ ਜਿਵੇਂ ਕੋਈ ਇੱਕ ਤਰ੍ਹਾਂ ਦਾ ਅਨਹਦ ਨਾਦ ਹੁੰਦਾ, ਜਿਹੜਾ ਇੱਕ ਨਿਰੰਤਰ ਧੁਨੀ ਕੋਈ ਚੱਲ ਰਹੀ ਹੁੰਦੀ ਆ, ਉਸ ਤਰ੍ਹਾਂ ਦਾ ਉਹ ਰਸ ਹੁੰਦਾ। ਇਹ ਮਤਲਬ ਜਿਹੜੇ ਰਸ ਨੇ ਇਹ ਕਿਸੇ ਤੋਂ ਮਤਲਬ ਇਹ ਮਾਣੇ ਹੀ ਜਾ ਸਕਦੇ ਨੇ, ਇਹ ਵਰਣਨ ਨਹੀਂ ਕੀਤੇ ਜਾ ਸਕਦੇ, ਇੱਦਾਂ ਦੀ ਗੱਲ ਆ ਇਹ। ਵਾਹਿਗੁਰੂ ਜੀ, ਵਾਹਿਗੁਰੂ ਸੱਚੇ ਪਾਤਸ਼ਾਹ ਜੀ। ਫਿਰ ਕਹਿੰਦੇ ਕਹਿਣ ਨਾ ਜਾਈ ਅਚਰਜ ਬਿਸਮਾਦ। ਫਿਰ ਜਦੋਂ ਕੋਈ ਜੀਵ ਇਸ ਅਵਸਥਾ 'ਚ ਪਹੁੰਚਦਾ, ਫਿਰ ਕਹਿੰਦੇ ਨਾ ਵੀ ਉਹ ਕਿਹਾ ਨਹੀਂ ਜਾ ਸਕਦਾ, ਜਿਹੜਾ ਇਹ ਅਚਰਜ ਬਿਸਮਾਦ ਆ, ਫਿਰ ਇਹ ਮਾਣਿਆ ਹੀ ਜਾ ਸਕਦਾ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋਝੀ ਪਾਏ। ਕਹਿੰਦੇ ਜਿਹੜਾ ਇਹ ਅਚਰਜ ਬਿਸਮਾਦ ਆ, ਇਹ ਉਹੀ ਜੀਵ ਇਹਦਾ ਆਨੰਦ ਮਾਣਦਾ ਜਿਹਨੂੰ ਪਰਮਾਤਮਾ ਆਪ ਇਹ ਦਿਖਾਉਣਾ ਚਾਹੇ। ਫਿਰ ਨਾਨਕ ਜੀ ਕਹਿੰਦੇ ਨੇ ਵੀ ਉਹੀ ਸੇਵਕ ਨੂੰ ਇਸ ਸਾਰੀ ਚੀਜ਼ ਦੀ ਸੋਝੀ ਹੋ ਜਾਂਦੀ ਹੈ, ਜਿਹਦੇ 'ਤੇ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਅਤੇ ਪਰਮਾਤਮਾ ਇਹ ਅਨੁਭਵ ਜੀਵ ਨੂੰ ਕਰਵਾਉਂਦਾ ਹੈ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਕਹਿੰਦੇ ਉਹ ਪਰਮਾਤਮਾ ਹਰ ਇੱਕ ਘਟ ਦੇ ਵਿੱਚ, ਹਰ ਇੱਕ ਸਰੀਰ ਦੇ ਵਿੱਚ ਭਰਪੂਰ ਵਿਆਪਕ ਹੈ। ਉਹੀ ਸਾਡੇ ਅੰਦਰ ਵਿਆਪਕ ਹੈ, ਉਹੀ ਬਾਹਰ ਵਿਆਪਕ ਹੈ। ਪਰ ਜਿਨ੍ਹਾਂ ਨੂੰ ਕਹਿੰਦੇ ਇਹ ਪਰਮਾਤਮਾ ਸੋਝੀ ਦਿੰਦਾ, ਉਸ ਜੀਵ ਨੂੰ ਹੀ ਇਹਨਾਂ ਚੀਜ਼ਾਂ ਦਾ ਅਨੁਭਵ ਹੁੰਦਾ ਹੈ। ਬਾਕੀ ਆਪਾਂ ਤਾਂ ਸਾਰੇ ਗੱਲ ਕਰਨ ਵਾਲੇ ਹੀ ਹਾਂ। ਧਰਨ ਮਾਹੇ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਪਰਮਾਤਮਾ ਕਹਿੰਦੇ ਹਰ ਇੱਕ ਜਗ੍ਹਾ 'ਤੇ ਵਿਆਪਕ ਆ, ਅੰਦਰ ਬਾਹਰ, ਧਰਤੀ 'ਚ, ਆਕਾਸ਼ 'ਚ, ਪਿਆਲ ਪਤਾਲ 'ਚ, ਸਾਰਿਆਂ ਦੇ ਵਿੱਚ ਕਹਿੰਦੇ ਪੂਰਨ ਤੌਰ 'ਤੇ ਵਿਆਪਕ ਹੋ ਕੇ ਸਾਰੇ ਜੀਵਾਂ ਦੀ ਪਾਲਣਾ ਵੀ ਕਰ ਰਿਹਾ ਹੈ। ਬਨ ਤਿਨ ਪਰਵਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਕਹਿੰਦੇ ਪਰਮਾਤਮਾ ਜੰਗਲਾਂ ਵਿੱਚ, ਘਾਹ ਫੂਸ, ਪਰਬਤ, ਹਰ ਇੱਕ ਜਗ੍ਹਾ 'ਤੇ ਪਰਮਾਤਮਾ ਹੈ। ਜਿਸ ਤਰ੍ਹਾਂ ਦਾ ਉਹਦਾ ਹੁਕਮ ਹੈ, ਉਹਦੇ ਅਨੁਸਾਰ ਜੀਵ ਕਰਮ ਕਮਾ ਰਹੇ ਨੇ। ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਕੁੰਟ ਦਹਿ ਦਿਸੇ ਸਮਾਹੇ। ਕਹਿੰਦੇ ਹਵਾ, ਪਾਣੀ, ਅੱਗ, ਸਾਰੀਆਂ ਚਾਰ ਕੁੰਡਾਂ ਜੋ ਵੀ ਸਾਨੂੰ ਦਿਸ ਰਿਹਾ ਹੈ, ਹਰ ਇੱਕ ਜਗ੍ਹਾ 'ਤੇ ਉਹ ਪਰਮੇਸ਼ਰ ਵਿਆਪਕ ਹੈ। ਤਿਸ ਤੇ ਭਿੰਨ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਕਹਿੰਦੇ ਉਹਦੇ ਤੋਂ ਵੱਖਰੀ ਕੋਈ ਜਗ੍ਹਾ ਨਹੀਂ ਜਿੱਥੇ ਉਹ ਨਾ ਹੋਵੇ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਇਹ ਅਹਿਸਾਸ ਕਰ ਲਿਆ ਕਿ ਪਰਮਾਤਮਾ ਹਰ ਇੱਕ ਜਗ੍ਹਾ ਵਿਆਪਕ ਹੈ, ਉਹਨੂੰ ਅਨੁਭਵ ਕਰ ਲਿਆ, ਉਹ ਜੀਵ ਫਿਰ ਆਨੰਦ ਵਿੱਚ ਰਹਿੰਦਾ ਹੈ। ਵੇਦ ਪੁਰਾਨ ਸਿਮਰਤ ਮਹਿ ਦੇਖ, ਸਸੀਰ ਸੂਰ ਨਖੱਤਰ ਮਹਿ ਏਕ। ਕਹਿੰਦੇ ਸਾਰੇ ਵੇਦ ਪੁਰਾਣ ਸਿਮਰਤੀਆਂ ਸਾਰਿਆਂ ਵਿੱਚ ਕਹਿੰਦੇ ਉਹਦੀ ਮਹਿਮਾ, ਸਾਰਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਲਿਖਿਆ ਹੈ, ਸਾਰਿਆਂ ਵਿੱਚ ਉਹਨੇ ਆਪ ਵਿਆਪਕ ਹੋ ਕੇ ਲਿਖਵਾਇਆ ਹੈ। ਹੋਰ ਕਹਿੰਦੇ ਸਾਰੇ ਜਿਹੜੇ ਚੰਦ, ਸੂਰਜ, ਤਾਰੇ, ਹਰ ਇੱਕ ਚੀਜ਼ ਦੇ ਵਿੱਚ ਉਹ ਪਰਮਾਤਮਾ ਆਪ ਹੀ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੂ ਡੋਲੇ। ਕਹਿੰਦੇ ਸਾਰੇ ਜੀਵ ਉਸ ਪਰਮਾਤਮਾ ਦੀ ਅਕਾਲ ਪੁਰਖ ਦੀ ਬਾਣੀ ਬੋਲਦੇ ਨੇ, ਸਾਰੇ ਜੀਵਾਂ ਵਿੱਚ ਆਪ ਬੈਠ ਕੇ ਬੋਲ ਰਿਹਾ ਹੈ, ਪਰ ਆਪ ਅਡੋਲ ਹੈ, ਕਦੇ ਵੀ ਡੋਲਦਾ ਨਹੀਂ ਪਰਮਾਤਮਾ। ਅਸੀਂ ਜੀਵ ਡੋਲਣ ਵਾਲੇ ਹਾਂ। ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੈ ਅਮੋਲ। ਪਰਮਾਤਮਾ ਕਹਿੰਦੇ ਆਪਣੀਆਂ ਸਾਰੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਤਾਕਤਾਂ ਨਾਲ ਇਸ ਸੰਸਾਰ ਦਾ ਖੇਡ ਖੇਡ ਰਿਹਾ ਹੈ, ਪਰ ਕਹਿੰਦੇ ਅਸੀਂ ਉਹਦੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ। ਮਤਲਬ ਉਹਦੀਆਂ ਇੰਨੀਆਂ ਤਾਕਤਾਂ ਹੁੰਦਿਆਂ
ਅਸੀਂ ਉਹਦੇ ਗੁਣਾਂ ਦਾ ਮੁੱਲ, ਤਾਕਤਾਂ ਦਾ ਮੁੱਲ ਨਹੀਂ ਪਾ ਸਕਦੇ, ਕਿਉਂਕਿ ਅਸੀਂ ਸਾਰੀਆਂ ਜਾਣ ਹੀ ਨਹੀਂ ਸਕਦੇ। ਵਾਹਿਗੁਰੂ ਜੀ, ਵਾਹਿਗੁਰੂ। ਸਰਬ ਜੋਤ ਮਹਿ ਜਾ ਕੀ ਜੋਤ, ਤਾਰ ਰਹਿਓ ਸੁਆਮੀ ਓਤ ਪੋਤ। ਕਹਿੰਦੇ ਸਾਰੇ ਜੀਵਾਂ ਦੇ ਵਿੱਚ ਉਸ ਦੀ ਜੋਤੀ ਦਾ ਪ੍ਰਕਾਸ਼ ਹੈ, ਸਾਰੀਆਂ ਜੀਵਾਂ ਦੇ ਵਿੱਚ ਉਹਦੀ ਜੋਤ ਦਾ ਪ੍ਰਕਾਸ਼ ਹੈ। ਸਾਡੀਆਂ ਜਿਹੜੀਆਂ ਜੋਤੀਆਂ ਨੇ ਉਹਦੀ ਜੋਤ ਨਾਲ ਜਗ ਰਹੀਆਂ ਨੇ। ਕਹਿੰਦੇ ਸਾਰਿਆਂ ਦੇ ਵਿੱਚ ਤਾਣੇ ਪੇਟੇ ਵਾਂਗੂ ਪਰਮਾਤਮਾ ਸਮਾਇਆ ਹੋਇਆ ਹੈ। ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮਹਿ ਇਹ ਵਿਸਾਸ। ਨਾਨਕ ਜੀ ਕਹਿੰਦੇ ਨੇ, ਜਿਨ੍ਹਾਂ ਨੂੰ ਇਸ ਚੀਜ਼ ਦਾ ਵਿਸ਼ਵਾਸ ਹੋ ਜਾਂਦਾ ਕਿ ਪਰਮਾਤਮਾ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਾ ਭਰਮ ਖਤਮ ਹੋ ਜਾਂਦਾ। ਭਰਮ ਕਿਸ ਚੀਜ਼ ਦਾ? ਦੂਈ ਦਾ ਭਰਮ, ਕਿ ਅਸੀਂ ਹੋਰ ਹਾਂ ਅਤੇ ਪਰਮਾਤਮਾ ਹੋਰ ਆ, ਅਸੀਂ ਪਰਮਾਤਮਾ ਤੋਂ ਵੱਖਰੇ ਹਾਂ। ਉਹਨਾਂ ਦਾ ਇਹ ਭਰਮ ਖਤਮ ਹੋ ਜਾਂਦਾ। ਉਹਨਾਂ ਨੂੰ ਇਹ ਵਿਸ਼ਵਾਸ ਹੋ ਜਾਂਦਾ ਅਸੀਂ ਅਤੇ ਪਰਮਾਤਮਾ ਇੱਕ ਹਾਂ, ਕਿਉਂਕਿ ਸਾਡੇ ਵਿੱਚ ਉਹਦੀ ਹੀ ਜੋਤ ਦਾ ਚਾਨਣ ਹੈ। ਵਾਹਿਗੁਰੂ ਜੀ। ਸੰਤ ਜਨਾ ਕਾ ਪੇਖਨ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ। ਜਿਹੜੇ ਕਹਿੰਦੇ ਸੰਤ ਜਨ ਨੇ, ਉਹ ਸਾਰੇ ਪਾਸੇ ਵਿਆਪਕ ਪਰਮਾਤਮਾ ਨੂੰ ਅਨੁਭਵ ਕਰਦੇ ਨੇ। ਕਹਿੰਦੇ ਉਹਨਾਂ ਦਾ ਧਰਮ ਇਹ ਹੈ ਕਿ ਉਹ ਸਦਾ ਹੀ ਪਰਮਾਤਮਾ ਦੀ ਗੱਲ ਕਰਦੇ ਨੇ। ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ। ਕਹਿੰਦੇ ਜਿਹੜੇ ਸੰਤ ਜਨ ਨੇ, ਹਮੇਸ਼ਾ ਉਹ ਚੰਗੀਆਂ ਗੱਲਾਂ ਹੀ ਸੁਣਦੇ ਨੇ, ਚੰਗੇ ਬਚਨ ਹੀ ਸੁਣਦੇ ਨੇ। ਕਹਿੰਦੇ ਸਰਬ ਵਿਆਪੀ, ਉਹ ਕਹਿੰਦੇ ਜਿਹੜਾ ਸਰਬ ਵਿਆਪਕ ਪਰਮਾਤਮਾ ਉਹਦੇ ਰੰਗ ਵਿੱਚ ਰੰਗੇ ਰਹਿੰਦੇ ਨੇ। ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਕਹਿੰਦੇ ਜਿਨ੍ਹਾਂ ਦੀ ਪਰਮਾਤਮਾ ਦੇ ਨਾਲ ਜਾਣ ਪਹਿਚਾਣ ਹੋ ਜਾਂਦੀ ਆ, ਕਹਿੰਦੇ ਉਹਨਾਂ ਦੀ ਇਹ ਰਹਿਤ ਬਣ ਜਾਂਦੀ ਆ ਕਿ ਉਹ ਹਮੇਸ਼ਾ ਸਤ ਬਚਨ ਕਹਿੰਦੇ ਨੇ, ਉਹ ਸਾਧੂ ਬਣ ਜਾਂਦੇ ਨੇ ਅਤੇ ਉਹ ਹਮੇਸ਼ਾ ਸੱਚੇ ਹੀ ਬਚਨ ਕਹਿੰਦੇ ਨੇ। ਜਦੋਂ ਵੀ ਬੋਲਦੇ ਨੇ ਉਹ ਸੱਚ ਹੀ ਬੋਲਦੇ ਨੇ, ਪਰਮਾਤਮਾ ਦਾ ਨਾਮ ਹੀ ਲੈਂਦੇ ਨੇ। ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ। ਕਹਿੰਦੇ ਉਹ ਜਾਣ ਲੈਂਦੇ ਨੇ ਕਿ ਜੋ ਕਰਨ ਕਰਾਉਣ ਵਾਲਾ ਹੈ ਉਹ ਪਰਮਾਤਮਾ ਹੀ ਹੈ। ਫਿਰ ਉਹ ਪਰਮਾਤਮਾ ਜੋ ਵੀ ਕਰਦਾ ਹੈ ਉਹਨੂੰ ਫਿਰ ਉਹ ਕਹਿੰਦੇ ਨੇ ਵੀ ਚੰਗਾ ਹੀ ਕੀਤਾ, ਸਾਨੂੰ ਸਭ ਮਨਜ਼ੂਰ ਹੈ ਜੋ ਪਰਮਾਤਮਾ ਨੇ ਕੀਤਾ। ਪਰਮਾਤਮਾ ਦਾ ਭਾਣਾ ਸਿਰ ਮੱਥੇ ਹੈ। ਅੰਤਰ ਬਸੇ ਬਾਹਰ ਵੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਕਹਿੰਦੇ ਪਰਮਾਤਮਾ ਸਾਡੇ ਅੰਦਰ ਵੀ ਵਿਆਪਕ ਹੈ ਅਤੇ ਬਾਹਰ ਵੀ ਵਿਆਪਕ ਹੈ। ਜੇ ਪਰਮਾਤਮਾ ਦੀ ਉਪਾਈ ਸ੍ਰਿਸ਼ਟੀ ਹੈ, ਉਹ ਪਰਮਾਤਮਾ ਦਾ ਦਰਸ਼ਨ ਕਰਕੇ ਮੋਹਿਤ ਹੋ ਜਾਂਦੀ ਹੈ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਕਹਿੰਦੇ ਪਰਮਾਤਮਾ ਆਪ ਵੀ ਹੋਂਦ ਵਾਲਾ ਹੈ, ਉਹਦੀ ਉਪਾਈ ਸ੍ਰਿਸ਼ਟੀ ਵੀ ਹੋਂਦ ਵਾਲੀ ਹੈ। ਇਹ ਸਾਰਾ ਜਗਤ ਪਰਮਾਤਮਾ ਨੇ ਆਪਣੇ ਆਪ ਤੋਂ ਪੈਦਾ ਕੀਤਾ ਹੈ। ਤਿਸ ਪਾਵੇ ਤਾਂ ਕਰੇ ਬਿਸਥਾਰ, ਤਿਸ ਪਾਵੇ ਤਾਂ ਏਕੰਕਾਰ। ਜਦੋਂ ਕਹਿੰਦੇ ਪਰਮਾਤਮਾ ਨੂੰ ਠੀਕ ਲੱਗਦਾ, ਉਹ ਸ੍ਰਿਸ਼ਟੀ ਦਾ ਵਿਸਥਾਰ ਕਰ ਦਿੰਦਾ ਆਪਣੇ ਤੋਂ। ਜਦੋਂ ਉਹਨੂੰ ਠੀਕ ਲੱਗੇ ਤਾਂ ਸਾਰੀ ਨੂੰ ਆਪਣੇ ਵਿੱਚ ਸਮਾਈ ਕਰਕੇ ਫਿਰ ਇੱਕ ਬਣ ਜਾਂਦਾ। ਅਨੇਕ ਕਲਾ ਲਖੀ ਨਹਿ ਜਾਏ, ਜਿਸ ਪਾਵੈ ਤਿਸ ਲਏ ਮਿਲਾਏ। ਕਹਿੰਦੇ ਪਰਮਾਤਮਾ ਦੀ ਬਹੁਤ ਵੱਡੀ ਅਸਚਰਜ ਖੇਡਾਂ ਨੇ। ਕਹਿੰਦੇ ਉਹ ਸਾਡੇ ਜੀਵ ਦੇ ਸਮਝਣ ਵਿੱਚ ਨਹੀਂ ਆਉਂਦੀਆਂ ਹੈਗੀਆਂ, ਪਰ ਕਹਿੰਦੇ ਜਿਸ 'ਤੇ ਪ੍ਰਸੰਨ ਹੁੰਦਾ ਉਸ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ। ਜਿਹੜਾ ਜੀਵ ਉਹਦੇ 'ਚ ਮਿਲ ਗਿਆ ਫਿਰ ਉਹਨੂੰ ਉਹਦਾ ਭੇਦ ਸਮਝ ਆ ਗਿਆ।
ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਕਹਿੰਦੇ ਜਦੋਂ ਪਰਮਾਤਮਾ ਆਪ ਹੀ ਸਾਰੀ ਜਗ੍ਹਾ 'ਤੇ ਵਿਆਪਕ ਹੈ ਤਾਂ ਫਿਰ ਕਿਹਦੇ ਕਹੀਏ ਨੇੜੇ ਆ ਅਤੇ ਕਿਹਦੇ ਕਹੀਏ ਦੂਰ ਹੈ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਕਹਿੰਦੇ ਜਿਸ ਸੇਵਕ ਨੂੰ ਅੰਤਰ ਆਤਮੇ ਆਪਦਾ ਭੇਦ ਸਮਝਾ ਦਿੰਦਾ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਫਿਰ ਜਦੋਂ ਅੰਤਰ ਆਤਮੇ ਅੰਦਰ ਹਿਰਦੇ ਵਿੱਚ ਆਪਦੀ ਲਖਤਾ ਕਰਾ ਦਿੰਦਾ, ਆਪਦਾ ਦਰਸ਼ ਕਰਵਾ ਦਿੰਦਾ, ਉਸ ਨੂੰ ਫਿਰ ਜੀਵਨ ਦੀ ਪਰਮਾਤਮਾ ਦੀ ਸਾਰੀ ਅਸਲੀਅਤ ਖੇਡ ਸਮਝ ਲੱਗ ਜਾਂਦੀ ਆ। ਵਾਹਿਗੁਰੂ ਜੀ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣ ਹਾਰਾ। ਸਾਰੇ ਕਹਿੰਦੇ ਵਿਆਪਕ ਹੋ ਕੇ ਪਰਮਾਤਮਾ ਆਪ ਹੀ ਵਰਤ ਰਿਹਾ ਹੈ, ਸਾਡੇ ਸਾਰਿਆਂ ਦੇ ਨੈਣ ਅੱਖਾਂ ਵਿੱਚ ਆਪ ਹੀ ਦੇਖ ਰਿਹਾ ਹੈ। ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਸਾਰੇ ਕਹਿੰਦੇ ਜਿਹੜੇ ਸਰੀਰ ਨੇ ਇਹ ਸਾਰੇ ਪਰਮਾਤਮਾ ਦੇ ਨੇ, ਇਹਨਾਂ ਵਿੱਚ ਆਪ ਹੀ ਪਰਮਾਤਮਾ ਵਿਆਪਕ ਹੈ, ਸਾਰਿਆਂ ਵਿੱਚ ਵਿਆਪਕ ਹੋ ਕੇ ਆਪ ਦਾ ਜਸ ਕਰ ਵੀ ਰਿਹਾ ਹੈ ਅਤੇ ਸੁਣ ਵੀ ਰਿਹਾ ਹੈ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਜੀਵਾਂ ਦੇ ਕਹਿੰਦੇ ਜੰਮਣ ਮਰਨ ਦਾ ਇੱਕ ਖੇਡ ਬਣਾ ਦਿੱਤਾ ਅਤੇ ਜਿਹੜੀ ਮਾਇਆ ਬਣਾਈ ਆ ਉਹ ਵੀ ਉਹਦੇ ਹੁਕਮ 'ਚ ਚੱਲਦੀ ਆ। ਸਭ ਕੇ ਮਧ ਅਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ। ਕਹਿੰਦੇ ਜੋ ਪਰਮਾਤਮਾ ਦਾ ਹੁਕਮ ਆ ਉਹ ਪਰਮਾਤਮਾ ਆਪ ਹੀ ਦਿੰਦਾ, ਵਰਤਾਉਂਦਾ। ਕਹਿੰਦੇ ਸਾਰਿਆਂ ਦੇ ਵਿੱਚ ਵੀ ਰਹਿ ਰਿਹਾ ਅਤੇ ਸਾਰਿਆਂ ਤੋਂ ਨਿਰਲੇਪ ਵੀ ਹੈ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਪਾਵੈ ਤਾਂ ਲਏ ਸਮਾਏ। ਜੀਵ ਕਹਿੰਦੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦਾ ਅਤੇ ਹੁਕਮ ਵਿੱਚ ਹੀ ਫਿਰ ਚਲੇ ਜਾਂਦਾ। ਜਦੋਂ ਨਾਨਕ ਜੀ ਕਹਿੰਦੇ ਪਰਮਾਤਮਾ ਨੂੰ ਠੀਕ ਲੱਗਦਾ ਤਾਂ ਕਿਸੇ ਜੀਵ ਦੀ ਸਮਾਈ ਆਪਣੇ ਵਿੱਚ ਆਪ ਹੀ ਕਰ ਲੈਂਦਾ। ਇਸ ਤੇ ਹੋਏ ਸੋ ਨਾਹੀਂ ਬੁਰਾ, ਓਰੇ ਕਹੋ ਕਿਨੈ ਕਛ ਕਰਾ। ਕਹਿੰਦੇ ਜੋ ਕੁਛ ਵੀ ਪਰਮਾਤਮਾ ਵੱਲੋਂ ਕੀਤਾ ਜਾ ਰਿਹਾ ਕੋਈ ਵੀ ਬੁਰਾ ਨਹੀਂ ਹੋ ਰਿਹਾ, ਸਭ ਕੁਛ ਠੀਕ ਹੋ ਰਿਹਾ। ਕਹਿੰਦੇ ਉਹ ਦੱਸੋ ਜੋ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਕੁਛ ਕਰਨ ਜੋਗਾ ਹੋਵੇ। ਆਪ ਭਲਾ ਕਰਤੂਤ ਅਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਕਹਿੰਦੇ ਪਰਮਾਤਮਾ ਦੀ ਸਾਰੀ ਜੋ ਕੀਤੀ ਹੈ ਨੇਕ ਕੀਤੀ ਹੈ, ਸਾਰੀਆਂ ਨੇਕ ਕੰਮ ਕਰਦਾ ਅਤੇ ਆਪਣੇ ਅੰਦਰ ਦੀ ਅਵਸਥਾ ਕਿ ਮੈਂ ਕੀ ਕਰਨਾ ਨਹੀਂ ਕਰਨਾ ਇਹ ਆਪ ਹੀ ਜਾਣਦਾ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗ ਰਾਚ। ਕਹਿੰਦੇ ਆਪ ਵੀ ਸੱਚਾ, ਵੀ ਇਸ ਤਰ੍ਹਾਂ ਨਹੀਂ ਹੈ ਕਿ ਵੀ ਇਹ ਝੂਠੀ ਜਿਹੀ ਗੱਲ ਆ ਵੀ ਪਰਮਾਤਮਾ ਹੈ, ਪਰਮਾਤਮਾ ਹੈ ਅਸਲ ਦੇ ਵਿੱਚ। ਫਿਰ ਇਸ ਤਰ੍ਹਾਂ ਹੀ ਜਿਹੜਾ ਉਹਨੇ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਆ ਇਹ ਵੀ ਹੈ ਆ, ਖਤਮ ਹੋਣ ਵਾਲੀ ਹੈ ਠੀਕ ਆ, ਪਰ ਇਸ ਟਾਈਮ ਹੈ। ਫਿਰ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਵਿੱਚ ਆਪ ਤਾਣੇ ਪੇਟੇ ਵਾਂਗੂ ਲਿਪਟਿਆ ਹੋਇਆ। ਤਾਕੀ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਕਹਿੰਦੇ ਉਸ ਪਰਮਾਤਮਾ ਦੀ ਗਤ ਮਿਤ ਉਹਦੀ ਅਵਸਥਾ ਦੱਸੀ ਨਹੀਂ ਜਾ ਸਕਦੀ, ਉਹਦੇ ਤੋਂ ਬਿਨਾਂ ਕੋਈ ਦੂਜਾ ਉਹਦੇ ਜਿੱਡਾ ਹੋਏ ਫੇਰ ਹੀ ਕੋਈ ਦੱਸ ਸਕਦਾ ਜਿਹਨੂੰ ਉਹਦੇ ਬਾਰੇ ਪਤਾ ਲੱਗ ਜਾਏ, ਪਰ ਉਹ ਕੋਈ ਹੈ ਨਹੀਂ, ਉਹ ਇਕੱਲਾ ਆਪ ਹੀ ਆ। ਤਿਸ ਕਾ ਕੀਆ ਸਭ ਪਰਵਾਨ, ਗੁਰ ਪ੍ਰਸਾਦ ਨਾਨਕ ਇਹ ਜਾਨ। ਨਾਨਕ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਜੀਵ ਨੂੰ ਇਹ ਸਮਝ ਲੱਗ ਜਾਂਦੀ ਆ ਕਿ ਉਸ ਪਰਮਾਤਮਾ ਦਾ ਕੀਤਾ ਸਭ ਕੁਛ ਪ੍ਰਵਾਨ ਹੋਣਾ ਚਾਹੀਦਾ ਹੈ।
ਉਹਦੀ ਰਜ਼ਾ ਮਿੱਠੀ ਹੋਣੀ ਚਾਹੀਦੀ ਹੈ, ਭਾਣਾ ਮੰਨਣਾ ਚਾਹੀਦਾ ਹੈ ਜੀਵ ਨੂੰ। ਜੋ ਜਾਣੇ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਜੋ ਕਹਿੰਦੇ ਪਰਮਾਤਮਾ ਦੇ ਭਾਣੇ ਨੂੰ ਮੰਨ ਲੈਂਦਾ, ਉਹਨੂੰ ਸਦਾ ਹੀ ਆਨੰਦ ਹੁੰਦਾ ਤੇ ਉਹਨੂੰ ਪਰਮਾਤਮਾ ਆਪਣੇ ਵਿੱਚ ਮਿਲਾ ਲੈਂਦਾ ਹੈ। ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਕਹਿੰਦੇ ਜਿਹਦੇ ਹਿਰਦੇ ਵਿੱਚ ਪਰਮਾਤਮਾ ਆ ਵਸਿਆ ਉਹ ਜੀਵਨ ਮੁਕਤ ਹੈ। ਉਹਨੂੰ ਹੀ ਕਹਿੰਦੇ ਧਨ ਵਾਲਾ ਸਮਝੋ, ਉੱਚੀ ਕੁੱਲ ਵਾਲਾ ਸਮਝੋ, ਇੱਜ਼ਤ ਵਾਲਾ ਸਮਝੋ, ਜਿਹਦੇ ਹਿਰਦੇ ਵਿੱਚ ਪਰਮਾਤਮਾ ਪ੍ਰਗਟ ਹੋ ਗਿਆ। ਧਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਕਹਿੰਦੇ ਉਹ ਜੀਵ ਜਿਹਦੇ ਹਿਰਦੇ 'ਚ ਪਰਮਾਤਮਾ ਪ੍ਰਗਟ ਹੋ ਗਿਆ, ਕਹਿੰਦੇ ਉਹਦਾ ਇੱਥੇ ਸੰਸਾਰ 'ਤੇ ਆਉਣਾ ਸਫਲ ਸਮਝੋ, ਧਨ ਸਮਝੋ। ਕਹਿੰਦੇ ਉਹਦੀ ਕਿਰਪਾ ਦੇ ਨਾਲ ਸਾਰਾ ਜਗਤ ਵੀ ਤਰ ਜਾਂਦਾ ਹੈ। ਜਨ ਆਵਨ ਕਾ ਇਹ ਸੋ ਆਓ, ਜਨ ਕੈ ਸੰਗ ਚਿਤ ਆਵੈ ਨਾਉ। ਕਹਿੰਦੇ ਉਸ ਤਰ੍ਹਾਂ ਦੇ ਸੇਵਕ ਦਾ ਸੰਸਾਰ 'ਤੇ ਆਉਣ ਦਾ ਮਨੋਰਥ ਕੀ ਹੁੰਦਾ? ਕਹਿੰਦੇ ਉਹਦੀ ਸੰਗਤ ਵਿੱਚ ਦੂਜਿਆਂ ਨੂੰ ਵੀ ਪਰਮਾਤਮਾ ਦਾ ਨਾਮ ਚੇਤੇ ਆਉਂਦਾ, ਪਰਮਾਤਮਾ ਦਾ ਨਾਮ ਜਪਦੇ ਨੇ ਉਹਦੀ ਸੰਗਤ ਵਿੱਚ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਸ ਤਰ੍ਹਾਂ ਦਾ ਜਨ ਫਿਰ ਕਹਿੰਦੇ ਆਪ ਤਾਂ ਮੁਕਤ ਹੁੰਦਾ ਤੇ ਸੰਸਾਰ ਨੂੰ ਵੀ ਮੁਕਤ ਕਰਾ ਲੈਂਦਾ। ਨਾਨਕ ਜੀ ਕਹਿੰਦੇ ਨੇ ਇਸ ਜਨ ਨੂੰ ਸਦਾ ਹੀ ਨਮਸਕਾਰ ਆ, ਇਸ ਪਰਮਾਤਮਾ ਦੇ ਸੇਵਕ ਨੂੰ ਸਦਾ ਹੀ ਨਮਸਕਾਰ ਆ, ਜੋ ਆਪ ਤਾਂ ਮੁਕਤ ਹੈ ਤੇ ਦੂਸਰਿਆਂ ਨੂੰ ਵੀ ਮੁਕਤ ਕਰਾਉਂਦਾ ਹੈ ਵਿਕਾਰਾਂ ਤੋਂ, ਮਾਇਆ ਤੋਂ। ਉਹਨਾਂ ਦਾ ਜੀਵਨ ਸਫਲ ਬਣਵਾ ਦਿੰਦਾ ਹੈ, ਉਹਨਾਂ ਨੂੰ ਜਾਪ ਦੀ ਪ੍ਰੇਰਨਾ ਦਿੰਦਾ ਹੈ ਤੇ ਆਪ ਜੋ ਸਭ ਚੰਗਿਆਈਆਂ ਨੇ ਦੂਸਰਿਆਂ ਵਿੱਚ ਵੀ ਉਹ ਸਾਰੀਆਂ ਚੰਗਿਆਈਆਂ ਉਹਦੇ ਪਿੱਛੇ ਲੱਗ ਕੇ ਆ ਜਾਂਦੀਆਂ ਨੇ, ਜੋ ਫਿਰ ਆਪਣਾ ਜੀਵਨ ਮੁਕਤ ਕਰਾਉਣ 'ਚ ਸਫਲ ਹੋ ਜਾਂਦੇ ਨੇ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਅਨੰਤ ਗਲਤੀਆਂ ਇਸ ਅਣਜਾਣ ਬੱਚੀ ਦੀਆਂ ਬਖਸ਼ਣੀਆਂ ਜੀ। ਅੱਗੇ ਤੋਂ ਸੁਮਤ ਦਿਓ ਸਤਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ।